ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ। ਉੱਚੇ ਸੁਰ ਸੋਂ ਸ਼ਬਦ ਵਸਾਇਓ, ਰਾਮ ਕਲੀ ਸੋ ਰਾਗ ਮਹਿ ਗਾਇਓ। ਉੱਚੇ ਸੁਰ ਸੋਂ ਸ਼ਬਦ ਵਸਾਇਓ, ਰਾਮ ਕਲੀ ਸੋ ਰਾਗ ਮਹਿ ਗਾਇਓ। ਸਤਨਾਮ ਸਿਰੇ ਵਾਹਿਗੁਰੂ ਜੀ। ਜੈਸੇ ਜਲ ਧੋਏ ਬਿਨ ਅੰਬਰ ਮਲੀਨ ਹੋਤ, ਬਿਨ ਤੇਲ ਮਿਲੇ ਜੈਸੇ ਕੇਸੋਂ ਪਿਆਨ ਹੈ। ਜੈਸੇ ਬਿਨ ਮਾਂਜੇ ਦਰਪਨ ਜੋਤਹੀਨ ਹੋਤ, ਬਾਰ ਕਾਵੀ ਹੋਣ ਜੈਸ ਖਿਤ ਮੈਂ ਨਥਾਨ ਹੈ। ਜੈਸੇ ਬਿਨ ਦੀਪਕ ਭਵਨ ਅੰਧਕਾਰ ਹੋਤ, ਲੋਨ ਕ੍ਰਿਤ ਬਿਨ ਜੈਸੇ ਭੋਜਨ ਸਮਾਨ ਹੈ। ਤੈਸੇ ਬਿਨ ਸਾਧ ਸੰਗਤ ਜਨਮ ਮਰਨ ਦੁਖ, ਮਿਟਤ ਨਾ ਭ੍ਰਮ ਭੈ ਬਿਨ ਗੁਰ ਗਿਆਨ ਹੈ। ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੋਂ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ, ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜਦੋਂ ਗੁਰੂ ਬਾਬਾ ਜੀ ਭਾਈ ਬਾਲੇ ਔਰ ਮਰਦਾਨੇ ਦੇ ਸਮੇਤ ਕਲਯੁਗੀ ਜੀਵਾਂ ਦਾ ਉਧਾਰ ਕਰਦਿਆਂ ਹੋਇਆਂ ਵੱਡੇ ਵੱਡੇ ਤੀਰਥਾਂ ਦੇ ਉੱਪਰ ਜਾਣ ਦੇ ਲਈ ਸਤਿਗੁਰੂ ਜੀ ਨੇ ਬਹੁਤ ਵੱਡਾ ਇੱਕ ਉਦਮ ਪ੍ਰਸ਼ਾਰਥ ਧਾਰਨ ਕੀਤਾ ਹੋਇਆ। ਕਾਹਦੇ ਲਈ? ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਧਰਨ ਅਰਥਾ, ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ। ਵਾਸ ਗੁਰੂ ਗੋਵਾਰ ਹੈ ਕਰਦੀ ਸੁਣੀ ਲਕਾਈ। ਜਦੋਂ ਮਹਾਰਾਜ ਨੇ ਧਿਆਨ ਧਾਰ ਕੇ ਦੇਖ ਹੀ ਲਿਆ ਦੁਨੀਆ ਦੇ ਲੋਕਾਂ ਦੀ ਜਿਹੜੀ ਹਾਲਤ, ਵੀ ਜਿਹੜੇ ਵੱਡੇ ਵੱਡੇ ਹਿੰਦੁਸਤਾਨ ਦੇ ਮਹਾਨ ਪ੍ਰਸਿੱਧ ਤੀਰਥ ਮੰਨੇ ਗਏ ਹਨ, ਉੱਥੇ ਵੀ ਬੜਾ ਪਾਖੰਡ ਦੰਭ ਜ਼ਿਆਦਾ ਵੱਧ ਚੁੱਕਿਆ ਸੀ। ਤੀਰਥਾਂ ਨੂੰ ਵੀ ਸ਼ਾਸਤਰਕਾਰਾਂ ਨੇ ਇੱਕ ਧਰਮ ਦੀ ਜਿਹੜੀ ਰਾਜਧਾਨੀ ਮੰਨੀ ਹੋਈ ਹੈ। ਤੀਰਥ ਜਾਓ ਤਾਂ ਹੋ ਕਰਤੇ, ਪੰਡਤ ਪੁੱਛੋ ਤਾਂ ਮਾਇਆ ਰਾਤੇ। ਪਰ ਕਲਯੁਗ ਦੇ ਸਮੇਂ ਦੇ ਵਿੱਚ ਸਾਰਿਆਂ ਨਾਲੋਂ ਵੱਡਾ ਇੱਕ ਮਹਾਨ ਤੀਰਥ ਗੁਰੂ ਬਾਬਾ ਜੀ ਨੇ ਨਾਮਦਾਈ ਪ੍ਰਚਾਰ ਸੱਤਾਂ ਦੀਪਾਂ 9 ਖੰਡਾਂ ਦੇ ਵਿੱਚ ਕੀਤਾ ਸੀ। ਤੀਰਥ ਨਾਵਣ ਜਾਓ
ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ, ਅੰਤਰ ਗਿਆਨ ਹੈ। ਸਾਰਿਆਂ ਨਾਲੋਂ ਵੱਡਾ ਤੀਰਥ ਕਿਹੜਾ ਹੈ? ਜਿਹਦੇ ਵਿੱਚ ਗੁਰੂ ਕੇ ਪਿਆਰੇ ਕੋਈ ਵੀ ਹੈ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਣ ਵਾਲਾ, ਇਹਦੇ ਵਿੱਚ ਤਾਂ ਘਰ ਬੈਠਿਆਂ ਬਿਠਾਇਆਂ ਹੀ ਇਸ਼ਨਾਨ ਕਰ ਸਕਦੇ ਹਨ। ਤੀਰਥ ਨਾਵਨ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ, ਅੰਤਰ ਗਿਆਨ ਹੈ। ਪਰ ਜਿਹੜੀ ਨਿਰੰਕਾਰ ਦੇ ਵੱਲੋਂ ਗੁਰੂ ਬਾਬਾ ਜੀ ਦੀ ਬਹੁਤ ਵੱਡੀ ਮਹਾਨ ਸੇਵਾ ਲੱਗੀ ਹੋਈ ਹੈ। ਸਤਿਗੁਰੂ ਜੀ ਨੇ ਪਹਿਲਾਂ ਹਰਿਦੁਆਰ ਜਾ ਕਰਕੇ ਹਰ ਕੀ ਪੌੜੀ 'ਤੇ ਬੜੇ ਬ੍ਰਾਹਮਣਾਂ ਪਾਂਡਿਆਂ ਦਾ ਸੁਧਾਰ ਕੀਤਾ। ਉੱਥੇ ਵੀ ਮਹਾਂਪੁਰਬ ਆਉਣ ਦੇ ਕਾਰਨ ਹਿੰਦੁਸਤਾਨ ਦੇ ਕੋਨੇ-ਕੋਨੇ 'ਚੋਂ ਕਵੀ ਜੀ ਨੇ ਕਈ ਲੱਖ ਦੀ ਜਿਹੜੀ ਗਿਣਤੀ ਯਾਤਰੂਆਂ ਦੀ ਆਪਣੇ ਵੱਲੋਂ ਲਿਖੀ ਹੋਈ ਹੈ। ਉਹਨਾਂ ਦੇ ਮਨ ਦੀ ਜਦੋਂ ਗੁਰੂ ਬਾਬਾ ਜੀ ਨੇ ਆਪਣੇ ਆਪ ਹੀ ਬੁੱਝ ਲਈ, ਜਿਹੜੇ ਹਰ ਕੀ ਪੌੜੀ ਦੇ ਕਿਨਾਰੇ 'ਤੇ ਬੈਠ ਕੇ ਭਾਵੇਂ ਸਮਾਧੀ ਲਗਾ ਕਰਕੇ ਲੋਕਾਂ ਨੂੰ ਦਿਖਾਉਂਦੇ ਸਨ, ਪਰ ਉਹਨਾਂ ਦਾ ਜਿਹੜਾ ਮਨ ਪਤਾ ਨਹੀਂ ਕਿਤਨੇ ਵੱਡੇ ਵੱਡੇ ਸੰਕਲਪ ਕਰਿਆ ਸੀ। ਜਦੋਂ ਮਹਾਰਾਜ ਨੇ ਦੱਸਿਆ ਵੀ ਤੇਰਾ ਮਨ ਤਾਂ ਭਾਈ ਮੁਲਤਾਨ ਦੇ ਵਿੱਚ ਚੱਕਰ ਲਗਾ ਰਿਹਾ, ਦੂਜੇ ਨੂੰ ਬਚਨ ਕੀਤਾ ਵੀ ਕਾਹਦੇ ਵਾਸਤੇ ਮਾਲਾ ਫੜੀ ਹੋਈ ਹੈ ਤਾਂ ਹੱਥ ਵਿੱਚ, ਤੇਰਾ ਜਿਹੜਾ ਮਨ ਉਹ ਤਾਂ ਦਿੱਲੀ ਸ਼ਹਿਰ ਦੇ ਵਿੱਚ ਵਪਾਰ ਕਰਦਾ ਫਿਰਦਾ ਵੀ ਉੱਥੇ ਮੈਂ ਫਲਾਣੀ ਚੀਜ਼ ਵੇਚ ਕਰਕੇ ਬੜਾ ਲਾਭ, ਬੜਾ ਪ੍ਰੋਫਿਟ ਪ੍ਰਾਪਤ ਕਰ ਲੈਣਾ ਹੈ। ਗੁਰੂ ਬਾਬਾ ਜੀ ਚਲਦੇ ਆ ਜਿੱਥੇ ਮਥੁਰਾਪੁਰੀ ਦੇ ਵਿੱਚ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਭੈ ਭਗਤ ਜਨ ਦਿਓ। ਉਸ ਮਥੁਰਾਪੁਰੀ ਦੇ ਵਿੱਚ ਵੀ ਗੁਰੂ ਬਾਬਾ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਦੇ ਲਿਆ ਵੀ ਇਹ ਵੀ ਇੱਕ ਪਾਖੰਡੀ ਔਰ ਬੜਾ ਕਰਮ ਕਾਂਡ ਆਪ ਭੋਲੇ ਭਾਲੇ ਲੋਕਾਂ ਨੂੰ ਕਰਕੇ ਦਿਖਾ ਰਹੇ ਹਨ। ਜਿਨ੍ਹਾਂ ਜਵਾਨ ਲੜਕਿਆਂ ਨੇ ਇੱਕ ਭਗਵਾਨ ਕ੍ਰਿਸ਼ਨ ਦਾ ਸੰਗ ਦਿਖਾਉਣ ਦੇ ਲਈ ਕਿਸੇ ਨੇ ਰਾਧਿਕਾ ਵਾਲੇ ਕੱਪੜੇ ਪਾਲੇ, ਦੂਜਾ ਆਪਣੇ ਆਪ ਨੂੰ ਕ੍ਰਿਸ਼ਨ ਭਗਵਾਨ ਬਣਿਆ ਹੋਇਆ ਸੀ। ਵੀ ਇਹ ਤਾਂ ਲੋਕਾਂ ਦੇ ਮਨ ਦੇ ਅੰਦਰ ਇਹੋ ਜਿਹੀ ਇੱਕ ਖੋਟੀ ਵਾਸਨਾ ਪੈਦਾ ਕਰਨ ਵਾਲੇ ਹਨ। ਇਹਨਾਂ ਤੋਂ ਕਿਸੇ ਨੂੰ ਕੋਈ ਖਾਸ ਸਿੱਖਿਆ ਸੇਧਤਾ ਪ੍ਰਾਪਤ ਹੋਣੀ ਨਹੀਂ। ਆਪ ਹੀ ਖੁਦ ਇਹੋ ਜਿਹੇ ਸਵਾਂਗ ਕਰ ਕਰਕੇ ਜਦੋਂ ਵਿਚਾਰੇ ਭੋਲੇ ਭਾਲੇ ਲੋਕਾਂ ਨੂੰ ਸਾਹਮਣੇ ਦਿਖਾਉਣਾ, ਦੇ ਉਹਨਾਂ ਦੇ ਮਨ ਦੇ ਵਿੱਚ ਵੀ ਐਸੀ ਜਿਹੜੀ ਹੈ ਖੋਟੀ ਵਾਸਨਾ ਪੈਦਾ ਹੋ ਜਾਣੀ ਹੈ। ਕਲਯੁਗ ਦਾ ਭਿਆਨਕ ਸਮਾਂ ਦੇ ਹੋਏ ਉਸ ਸਮੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਰਾਮਕਲੀ ਰਾਗ ਦੇ ਵਿੱਚ ਇੱਕ ਸ਼ਬਦ ਵੀ ਉਚਾਰਨ ਕਰਦਿਆਂ ਹੋਇਆਂ ਜੋ ਵੀ ਮਥੁਰਾਪੁਰੀ ਦੇ ਵਿੱਚ ਰਹਿਣ ਵਾਲੇ ਲੋਕ, ਜੋ ਵੀ ਜਵਾਨ ਲੜਕੇ ਔਰ ਲੜਕੀਆਂ ਇਹੋ ਜਿਹਾ ਸਵਾਂਗ ਦਿਖਾ ਕਰਕੇ ਲੋਕਾਂ ਨੂੰ ਭਰਮਾ ਰਹੇ ਸੀ, ਉਹਨਾਂ ਦਾ ਜਿਹੜਾ ਛਲ ਹੈ, ਜਿਹੜਾ ਕਪਟ ਹੈ, ਪਾਖੰਡ ਹੈ, ਗੁਰੂ ਬਾਬਾ ਜੀ ਨੇ ਸ਼ਬਦ ਦੁਆਰਾ ਸਾਹਮਣੇ ਦਿਖਾ ਦਿੱਤਾ ਵੀ ਕਨਾਵੋ ਤੋਵੋ ਤਿਲਕ ਚੜਾਵੋ। ਭਾਵੇਂ ਦਿਖਾਵੇ ਮਾਤਰ ਤੀਰਥਾਂ 'ਤੇ ਵੀ
ਜਾ ਜਾ ਕੇ ਨਹਾਉਂਦੇ ਹੋ, ਮੱਥੇ ਦੇ ਉੱਪਰ ਲਗਾ ਲੈ ਵੱਡੇ ਵੱਡੇ ਤਿਲਕ, ਪਰ ਫਾਇਦਾ ਕੀ ਹੋਇਆ? ਇਹਨਾਂ ਕਰਮ ਕਾਂਡਾਂ ਦਾ ਜਦੋਂ ਇਸ ਥਾਂ 'ਤੇ ਰਹਿਣ ਵਾਲੇ ਲੋਕਾਂ ਨੇ ਗੁਰੂ ਬਾਬਾ ਜੀ ਦੀ ਰਸਨਾ ਤੋਂ ਇਹ ਸ਼ਬਦ ਆਪਣੇ ਕੰਨਾਂ ਦੇ ਨਾਲ ਸੁਣਿਆ, ਸਾਰਿਆਂ ਦੇ ਮਨ ਦੇ ਵਿੱਚ ਇੱਕ ਤਰ੍ਹਾਂ ਦੀ ਮਸਤੀ, ਇੱਕ ਤਰ੍ਹਾਂ ਦੀ ਖੁਮਾਰੀ ਪੈਦਾ ਹੋ ਗਈ। ਗੁਰੂ ਬਾਬਾ ਜੀ ਤਾਂ ਰੱਬੀ ਬਾਣੀ ਦਾ ਸ਼ਬਦ ਸੁਣਾ ਕੇ ਵੱਡੇ ਵੱਡੇ ਰੋਗੀਆਂ ਦੇ ਕੋਲ ਵੀ ਦੂਰ ਕਰ ਦਿੰਦੇ ਸਨ। ਜਿਵੇਂ ਜਿਵੇਂ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਆਪਣੀ ਰਸਨਾ ਤੋਂ, ਸੁਣ ਕਰਕੇ ਇਹਨਾਂ ਦੇ ਮਨ ਦੇ ਉੱਪਰ ਬਹੁਤ ਜ਼ਿਆਦਾ ਪ੍ਰਭਾਵ ਪੈ ਗਿਆ ਹੈ। ਸਤਿਗੁਰੂ ਜੀ ਦੇ ਸੁਣ ਕਰਕੇ ਵਚਨ ਪੜ੍ਹੇ ਲੋਕ ਉਸ ਸਮੇਂ ਦਰਸ਼ਨ ਕਰਨ ਦੇ ਲਈ ਪਾਸ ਵੀ ਪਹੁੰਚ ਗਏ ਹਨ। ਇਤਿਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ, ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਉੱਚੇ ਸੁਰ ਸੋਂ ਸ਼ਬਦ ਵਸਾਇਓ। ਗੁਰੂ ਬਾਬਾ ਜੀ ਨੇ ਬੜੀ ਉੱਚੀ ਧੁਨੀ ਦੇ ਨਾਲ ਜਦੋਂ ਇਹ ਸ਼ਬਦ ਉਚਾਰਨ ਕਰਕੇ ਲੋਕਾਂ ਨੂੰ ਸੁਣਾਇਆ, ਰਾਮ ਕਲੀ ਸੋ ਰਾਗ ਮਹਿ ਗਾਇਓ। ਇਹ ਜਿਹੜਾ ਸ਼ਬਦ ਸਾਹਿਬਾਂ ਨੇ ਰਾਮ ਕਲੀ ਰਾਗ ਦੇ ਵਿੱਚ ਉਸ ਸਮੇਂ ਆਪਣੀ ਰਸਨਾ ਤੋਂ ਉਚਾਰਨ ਕੀਤਾ। ਸੁਣ ਸੁਣ ਕਰ ਬਹੁ ਮਨ ਬਿਆਈ। ਸੁਣ ਸੁਣ ਕਰਕੇ ਅਲਾਈ ਬਾਣੀ ਦੇ ਸ਼ਬਦ ਬੜੇ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਸ ਪਹੁੰਚਣੇ ਸ਼ੁਰੂ ਹੋ ਗਏ ਹਨ। ਪ੍ਰੀਤ ਧਾਰ ਬੈਸੇ ਤਿਹ ਤਾਈ। ਪ੍ਰੀਤ ਧਾਰ, ਇਹੋ ਜੀ ਪ੍ਰੀਤੀ ਪੈਦਾ ਹੋ ਗਈ ਇਹਨਾਂ ਦੇ ਮਨਾਂ ਦੇ ਵਿੱਚ। ਉਸ ਸਮੇਂ ਦੋਵੇਂ ਹੱਥ ਜੋੜ ਕੇ ਮਹਾਰਾਜ ਦੇ ਪਾਸ ਬਹਿ ਗਏ ਹਨ। ਕੇਤਕ ਪੰਡਿਤ ਤਿਨ ਮਝਾਰੀ। ਇਹਨਾਂ ਦੇ ਵਿੱਚ ਕਈ ਖੱਟ ਸ਼ਾਸਤਰੀ ਵਿਦਵਾਨ ਪੰਡਤ ਵੀ ਚੱਲ ਕਰਕੇ ਆਏ ਸਨ, ਹੋਰ ਬਹੁਤ ਸਾਰੇ ਲੋਕਾਂ ਦੇ ਸਮੇਤ। ਸ਼ਬਦ ਸਰਾਉਣ ਸੁਨ ਗਿਰਾ ਉਚਾਰੀ। ਕੰਨਾਂ ਦੇ ਨਾਲ ਅਲਾਈ ਬਾਣੀ ਦਾ ਸ਼ਬਦ ਸੁਣ ਸਾਰੀ ਇਹ ਦੋਵੇਂ ਹੱਥ ਜੋੜ ਕੇ ਬੇਨਤੀਆਂ ਕਰਨ ਲੱਗ ਪਏ ਗੁਰੂ ਬਾਬਾ ਜੀ ਦੇ ਚਰਨਾਂ 'ਚ। ਇਸ ਕੇ ਅਰਥ ਸੁਨਾਈਏ ਹਮਕੋ। ਕਹਿ ਲਗੇ ਫਕੀਰ ਸਾਈਂ ਬੜਾ ਆਨੰਦ, ਬੜੀ ਮਸਤੀ ਪ੍ਰਾਪਤ ਹੋਈ ਆ ਜਦੋਂ ਤੁਸੀਂ ਆ ਇਹੋ ਜਿਹੀ ਕਲਾਮ ਸਾਰਿਆਂ ਦੇ ਸਾਹਮਣੇ ਉਚਾਰਨ ਕੀਤੀ ਹੈ। ਅੱਗੇ ਵੀ ਅਸੀਂ ਵੇਦਾਂ ਦੀਆਂ ਰਚਾਂ ਔਰ ਵੇਦਾਂ ਦੇ ਮੰਤਰ, ਗਾਇਤਰੀ ਦੇ ਮੰਤਰ ਬਥੇਰੇ ਸੁਣੇ ਪੜ੍ਹੇ ਵੀ ਨੇ, ਪਰ ਐਸਾ ਆਨੰਦ, ਇਹੋ ਜਿਹੀ ਮਸਤੀ ਸਾਨੂੰ ਕਿਸੇ ਵੀ ਕਲਾਮ ਦੇ ਵਿੱਚੋਂ ਪ੍ਰਾਪਤ ਨਹੀਂ ਹੋਈ ਹੈ। ਰੋਜ਼ ਦੀ ਰੋਜ਼ਾ ਬਥੇਰੀ ਸੰਸਕ੍ਰਿਤ ਵਿਦਿਆ ਵੀ ਪੜ੍ਹਦੇ ਰਹਿੰਦੇ ਆ। 4 ਵੇਦ, 6 ਸ਼ਾਸਤਰ, 18 ਪੁਰਾਣ, ਜੋ ਵੀ 27 ਸਿਮਰਤੀਆਂ, ਕਿਤਨੇ ਵੱਡੇ ਵੱਡੇ ਮਹਾਨ ਧਾਰਮਿਕ ਗ੍ਰੰਥ ਸਨਾਤਨ ਮਤ ਦੇ ਵਿੱਚ ਰਿਸ਼ੀਆਂ ਮੁਨੀਆਂ ਦੇ ਲਿਖੇ ਹੋਏ, ਉਹਨਾਂ ਨੂੰ ਪੜ੍ਹਦੇ ਵੀ ਆ, ਸੁਣਦੇ ਵੀ ਰਹਿੰਦੇ ਆ। ਪਰ ਐਸਾ ਆਨੰਦ, ਐਸੀ ਮਸਤੀ ਸਾਨੂੰ ਕਦੇ ਵੀ ਪ੍ਰਾਪਤ ਨਹੀਂ ਹੋਈ ਹੈ। ਇਸਕੇ ਅਰਥ ਸੁਨਾਈਏ ਹਮਕੋ। ਇਹ ਹੁਣ ਸਾਰੇ ਇਕੱਠੇ ਹੋ ਕੇ ਗੁਰੂ ਬਾਬਾ ਜੀ ਦੇ ਕੋਲੋਂ ਇਸ ਸ਼ਬਦ ਦੇ ਜਿਹੜੇ ਅਰਥ ਮੈਨੇ ਕੰਨਾਂ ਦੇ ਨਾਲ ਸੁਣਨ ਦੇ ਲਈ ਬੇਨਤੀ ਕਰਨ ਲੱਗ ਪਏ। ਸੰਤ ਰੂਪ ਦੇਖਤ ਹੈ ਤੁਮਕੋ। ਸੰਤ ਰੂਪ ਸ਼ਬਦ ਸੁਣਿਆ ਨਹੀਂ, ਨਾਲ ਦੀ ਨਾਲ ਇਹਨਾਂ ਨੇ ਮਨ ਦੇ ਵਿੱਚ
ਅੰਦਾਜ਼ਾ ਲਗਾ ਲਿਆ ਵੀ ਇਹ ਤਾਂ ਸਾਨੂੰ ਕੋਈ ਖੁਦਾ ਦੇ ਪੂਰਨ ਮਹਾਂਪੁਰਖ ਪ੍ਰਤੀਤ ਹੁੰਦੇ ਹਨ। ਸ੍ਰੀ ਨਾਨਕ ਸੁਨ ਅਰਥ ਬਖਾਨਾ। ਸੁਣ ਕਰਕੇ ਗੁਰੂ ਬਾਬਾ ਜੀ ਨੇ ਫਿਰ ਇਸ ਸ਼ਬਦ ਦੇ ਜਿਹੜੇ ਅਰਥ ਮੈਨੇ ਇਹਨਾਂ ਨੂੰ ਆਪਣੇ ਵੱਲੋਂ ਸੁਣਾਏ ਸੀ। ਇੱਕ ਮਨ ਹਵੈ ਕਰ ਸੁਨਹੁ ਸੋ ਜਾਨਾ। ਸਤਿਗੁਰੂ ਜੀ ਕਹਿਣ ਲੱਗੇ ਭਾਈ ਸੁਣ ਲਓ ਬਹਿ ਕੇ, ਅਸੀਂ ਤੁਹਾਨੂੰ ਇਸ ਸ਼ਬਦ ਦੇ ਅਰਥ ਵੀ ਸੁਣਾ ਦਿੰਨੇ ਆ। ਸਸ ਰੱਬ ਉੱਡ ਛਿਤ 2200 ਤੈਸੀ। ਵੀ ਦੇਖੋ ਚਾਹੇ ਸੂਰਜ ਹੈ, ਚੰਦਰਮਾ ਹੈ, ਧਰਤੀ ਹੈ, ਹਵਾ, ਇਹਦੇ ਵਿੱਚ ਕੋਈ ਬਦਲਾ ਨਹੀਂ ਆਇਆ। ਸਤਿਯੁਗ ਦੇ ਵਿੱਚ ਵੀ ਇਹੀ ਸੂਰਜ ਚੰਦਰਮਾ ਧਰਤੀ ਬਣੀ ਹੋਈ ਸੀ। ਫਿਰ ਤ੍ਰੇਤੇ ਯੁੱਗ ਦਾ ਟਾਈਮ ਆ ਗਿਆ ਤਾਂ ਵੀ ਉਹੀ ਸੂਰਜ ਚੰਦਰਮਾ ਤਾਰੇ ਆਕਾਸ਼ ਦੇ ਵਿੱਚ ਚੜ੍ਹਦੇ ਆਏ ਹਨ। ਦੁਆਪਰ ਯੁੱਗ ਦੇ ਵਿੱਚ ਵੀ ਹੁਣ ਹੈਗਾ। ਕਲਯੁੱਗ ਦਾ ਟਾਈਮ ਇਹਨਾਂ ਦੇ ਵਿੱਚ ਕੋਈ ਵੀ ਐਸਾ ਫਰਕ ਨਹੀਂ ਪਿਆ ਵੀ ਸਮਝੋ ਵੀ ਪਤਾ ਨਹੀਂ ਸੂਰਜ ਚੰਦਰਮਾ ਧਰਤੀ ਜਾਂ ਫਿਰ ਪਵਨ ਦੇਵਤਾ ਬਦਲ ਚੁੱਕੇ ਹੈ। ਤ੍ਰੈ ਯੁਗ ਮਹਿ ਵਰਤਹਿ ਥੀ ਜੈਸੀ। ਜਿਵੇਂ ਇਹ ਪਹਿਲੇ ਤਿੰਨੇ ਯੁੱਗਾਂ 'ਚ ਆਪਣੀ ਰੋਸ਼ਨੀ ਲਾਈਟ ਦੁਨੀਆ ਨੂੰ ਪ੍ਰਦਾਨ ਕਰਿਆ ਕਰਦੇ ਸੀ, ਹੁਣ ਵੀ ਉਹੀ ਆਕਾਸ਼ ਦੇ ਵਿੱਚ ਸੂਰਜ ਵੀ ਚੰਦਰਮਾ ਪਹਿਲਾਂ ਦੇ ਸਮਾਨ ਹੀ ਚੜ ਰਿਹਾ ਹੈ। ਦੋਹਰਾ ਮਾਨਵ ਮਲੀਨ ਬੁੱਧੀ ਭਈ ਜਾਂ ਤੇ ਕਲੀ ਲਖਾਈ। ਪਰ ਹੁਣ ਕਲਯੁੱਗ ਦੇ ਆਉਣ ਦਾ ਪਤਾ ਕਿਵੇਂ ਲੱਗੂ ਵੀ ਜਿਹੜਾ ਪੁਰਾਣੀ ਉਹਨਾਂ ਦੇ ਮਨ ਦੇ ਵਿੱਚ ਬੜੀ ਪਾਪਾਂ ਦੀ ਜਿਹੜੀ ਮਲੀਨਤਾ ਪੈਦਾ ਹੋ ਗਈ। ਮਨ ਮੈਲਾ ਸਭ ਕੁਛ ਮੈਲਾ, ਤਨ ਧੋਤਾ ਹੈ, ਮਨ ਅੱਛਾ ਨਾ ਹੋਏ। ਸਰੀਰ ਦੇ ਨਾਲ ਤਾਂ ਜ਼ਰੂਰ ਵੱਡੇ ਵੱਡੇ ਤੀਰਥਾਂ 'ਤੇ ਕਰੀ ਜਾਂਦੇ ਨੇ ਇਸ਼ਨਾਨ, ਤਨ ਧੋਤਾ ਹੈ, ਮਨ ਅੱਛਾ ਨਾ ਹੋਏ। ਨਿਰਾਪੁਰ ਹੁਣ ਸਰੀਰ ਦਾ ਇਸ਼ਨਾਨ ਕਰਾਉਣ ਦੇ ਨਾਲ ਮਨ ਦੀ ਮੈਲ ਥੋੜ੍ਹੋ ਲੈਣੀ ਹੈ, ਉਹ ਪਾਪਾਂ ਦੀ ਮੈਲ ਤਾਂ ਉਸੇ ਤਰ੍ਹਾਂ ਹੀ ਮਨ ਦੇ ਨਾਲ ਚਿੰਬੜੀ ਹੋਈ ਹੈ ਨਾ ਸਦਾ ਵਾਸਤੇ। ਜਦੋਂ ਮਨ ਮੈਲਾ ਹੋ ਗਿਆ ਫਿਰ ਇਹਦੇ ਵਿੱਚ ਹੀ ਨਾਨਾ ਪ੍ਰਕਾਰ ਦੇ ਵਿਸ਼ੇ ਵਕਾਰ ਦੁਨਿਆਵੀ ਰੰਗ ਰਲੀਆਂ ਦੇ ਜਿਹੜੇ ਸੁੱਖ ਉਹਨਾਂ ਨੂੰ ਮਾਨਣ ਦੀ ਬੜੀ ਇੱਛਾ ਪੈਦਾ ਹੋਣ ਲੱਗ ਪੈਂਦੀ ਹੈ। ਹੁਣ ਇਨ ਕੋ ਵਿਸ਼ਵਾਸ ਕਿਆ ਕਲ ਜੇ ਨਰ ਜਨਮਾਈ। ਵੀ ਜਿਹੜੇ ਇਹੋ ਜਿਹੇ ਭਿਆਨਕ ਸਮੇਂ ਦੇ ਵਿੱਚ ਪ੍ਰਾਣੀ ਪੈਦਾ ਹੋ ਗਏ, ਇਹਨਾਂ ਦਾ ਕੋਈ ਵਿਸ਼ਵਾਸ, ਇਹਨਾਂ ਦਾ ਕੋਈ ਯਕੀਨ ਵੀ ਨਹੀਂ ਕੀਤਾ ਜਾ ਸਕਦਾ। ਚੌਪਈ ਬਰਖਾ ਵਿਖੇ ਬੁੱਧ ਬਦਾ ਜੈਸੀ। ਪਰ ਪੰਜਾਂ ਤੱਤਾਂ ਦੇ ਸਰੀਰਾਂ ਦੀ ਹਾਲਤ ਕੈਸੀ ਬਣੀ ਹੋਈ ਹੈ ਵੀ ਜਿਵੇਂ ਸਾਉਣ ਭਾਦੋਂ ਦੇ ਮਹੀਨੇ 'ਚ ਜਦੋਂ ਪੈਂਦੀ ਹੈ ਨਾ ਬੜੀ ਤੇਜ਼ ਬਾਰਿਸ਼, ਅਤੇ ਜਿਹੜੇ ਹੁੰਦੇ ਨੇ ਵੱਡੇ ਵੱਡੇ ਤਲਾਬ ਕਹਿ ਲਓ ਜਾਂ ਟੋਭੇ ਪਹਿਲੇ ਸਮਿਆਂ ਦੇ ਵਿੱਚ ਹੋਇਆ ਕਰਦੇ ਸੀ। ਮੀਂਹ ਦੇ ਨਾਲ ਪਤਾ ਨਹੀਂ ਲੱਗਦਾ ਵੀ ਕਿਤਨੇ ਬੁਲਬੁਲੇ ਜੇ ਬਣੀ ਵੀ ਜਾਂਦੇ ਨੇ ਅਤੇ ਨਾਲ ਦੀ ਨਾਲੋਂ ਫੁੱਟੀ ਜਾਂਦੇ ਹਨ। ਜੈਸੇ ਜਲ ਤੇ ਬਦ ਬਦਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੈ ਰਚੀ ਕਉ ਨਾਨਕ ਸੁਨ ਮੀਤ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਵੀ ਸ਼ਲੋਕਾਂ ਦੇ ਵਿੱਚ ਬਚਨ ਕੀਤੇ ਹੋਏ ਹਨ। ਗੁਰੂ ਬਾਬਾ ਜੀ ਕਹਿਣ ਲੱਗੇ ਵੀ ਦੇ ਲਓ ਇਹ ਸਰੀਰਾਂ ਦੀ ਹਾਲਤ ਅਨਾਦਿ ਕਾਲ ਤੋਂ ਇਸੇ ਤਰ੍ਹਾਂ ਦੀ ਬਣੀ ਹੋਈ ਹੈ। ਉਪਜਤ ਬਿਨਸਤ ਹੈ ਇਹ ਤੈਸੀ। ਉਹਨਾਂ ਬੁਲਬੁਲਿਆਂ ਦੇ ਸਮਾਨ ਇਹ ਨਹੀਂ ਪਤਾ ਲੱਗਦਾ ਵੀ ਕਿਤਨੇ ਰੋਜ਼ ਮਰਦੇ ਹਨ, ਕਿਤਨੇ ਪੈਦਾ ਹੋ ਰਹੇ ਨੇ। ਜੋ ਕਲਯੁਗ ਕਿਤ ਦੇਸ਼ ਨਾ ਆਇਓ। ਸਤਿਗੁਰੂ ਜੀ ਕਹਿਣ ਲੱਗੇ ਵੀ ਆ ਜਿਹੜੇ ਕਲਯੁਗ ਦਾ ਨਾਮ ਤੁਸੀਂ ਕੰਨਾਂ ਦੇ ਨਾਲ ਸੁਣਦੇ ਰਹਿੰਦੇ ਹੋ ਵੀ ਕਲਯੁਗ ਦਾ ਬੜਾ ਭਿਆਨਕ ਦੁਖਦਾਈ ਸਮਾਂ ਆ ਗਿਆ ਹੈ। ਇਸ ਕਲਯੁਗ ਨੇ ਕੋਈ ਆਪਣਾ ਵਿਸ਼ੇਸ਼ ਤੌਰ 'ਤੇ ਦੇਸ਼ ਇਲਾਕਾ ਤਾਂ ਮੱਲਿਆ ਨਹੀਂ ਹੋਈ, ਫਲਾਣੇ ਥਾਂ 'ਤੇ ਆ ਕੇ ਉਹਨੇ ਆਪਣਾ
ਡੇਰਾ ਲਗਾ ਲਿਆ। ਬੈਠਿਓ ਕਿਤੇ ਦੁਰਗ ਨਹਿ ਪਾਇਓ। ਨਾ ਕਲਯੁਗ ਨੇ ਆਪਣੇ ਰਹਿਣ ਦੇ ਕੋਈ ਲਈ ਵੱਡੇ ਵੱਡੇ ਕਿਲੇ ਜਾਂ ਮਹਿਲ ਮਾੜੀਆਂ ਵੀ ਨਹੀਂ ਉਸਾਰਨ ਕੀਤੀਆਂ ਹਨ। ਜੇ ਲਖਨ ਅਬ ਮਨੁਜ ਕਰਾਈ। ਪਰ ਜਿਹੜੇ ਲਕਸ਼ਣ ਮਨੁੱਖਾਂ ਦੇ ਵਿੱਚ ਸਾਹਮਣੇ ਦਿਸਣ ਲੱਗ ਪਏ ਹਨ, ਜਾਂ ਤੇ ਕਲਯੁਗ ਪਰਤ ਲਖਾਈ। ਉਹਨਾਂ ਦੇ ਮਨ ਦੇ ਵਿੱਚ ਜਿਹੜੇ ਔਗਣ ਵੱਡੇ ਵੱਡੇ ਪਾਪ ਪੈਦਾ ਹੋ ਗਏ, ਉਹਨਾਂ ਤੋਂ ਪਤਾ ਲੱਗਦਾ ਵੀ ਹੁਣ ਕਲਯੁਗ ਨੇ ਆਪਣੇ ਜਿਹੜੇ ਪੈਰ ਦੁਨੀਆ ਦੇ ਵਿੱਚ ਪਾ ਲਏ। ਜਤ ਸਤ ਤਪ ਹਵੈ ਪੂਰਾ ਨਾਹੀ। ਵੀ ਇਹੋ ਜਿਹੇ ਭਿਆਨਕ ਸਮੇਂ ਦੇ ਵਿੱਚ ਕੋਈ ਵੀ ਪ੍ਰਾਣੀ ਆਪਣੇ ਜਤ ਔਰ ਸਤ ਦੇ ਵਿੱਚ ਪਰਪੱਕ ਨਹੀਂ ਰਹੇਗਾ। ਕਲਯੁਗ ਨੇ ਸਾਰਿਆਂ ਨੂੰ ਆਪਣੇ ਆਪੋ ਆਪਣੇ ਜਿਹੜੇ ਧਰਮ ਦੇ ਕਰਮ ਉਹਨਾਂ ਤੋਂ ਭ੍ਰਿਸ਼ਟ ਕਰ ਦੇਣਾ। ਜਤਿੰਦਰ ਇੰਦਰਾ, ਕੋਈ ਵੀ ਜਤਿੰਦਰ ਹੈ ਇਹ ਦੁਨੀਆ ਦੇ ਵਿੱਚ ਨਹੀਂ ਰਹਿਣਾ ਹੈ। ਨਾਮ ਜਪੈ ਤਿਹ ਕਹਿ ਬਦ ਰਾਹੀ। ਜਿਹੜਾ ਕੋਈ ਪਰਮਾਤਮਾ ਦਾ ਸਿਮਰਨ ਜਾਂ ਵਾਹਿਗੁਰੂ ਦਾ ਜਪੇਗਾ ਨਾਮ, ਕਈ ਲੋਕ ਉਹਨਾਂ ਦੀ ਫਿਰ ਨਿੰਦਿਆ ਵੀ ਕਰਨ ਲੱਗ ਜਾਂਦੇ ਹਨ। ਦੋਹਰਾ ਸਤਜੁਗ ਪਾਪੀ ਏਕ ਤੇ ਦੇਸ਼ ਮਾਰੀਏ ਸੋਈ। ਉਸ ਸਮੇਂ ਗੁਰੂ ਬਾਬਾ ਜੀ ਕਹਿਣ ਲੱਗੇ ਵੀ ਸਤਜੁਗ ਦੇ ਵਿੱਚ ਜੇ ਇੱਕ ਕੋਈ ਪਾਪ ਕਰ ਲੈਂਦਾ, ਉਹਦਾ ਜਿਹੜਾ ਨਾ ਫਲ ਸਾਰਿਆਂ ਨੂੰ ਭੁਗਤਣਾ ਪੈਂਦਾ ਸੀ। ਸਤਜੁਗਾ ਅਨਿਆਏ ਸੁਣ, ਏਕ ਫੇੜੇ ਸਭ ਜਗਤ ਦੁਖਾਵੈ। ਇਹ ਅਨਿਆਏ ਲਿਖਿਆ ਹੋਇਆ ਭਾਈ ਸਾਹਿਬ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ। ਸਤਜੁਗ ਕਾ ਅਨਿਆਏ ਸੁਣ, ਏਕ ਫੇੜੇ ਸਭ ਜਗਤ ਦੁਖਾਵੈ। ਇੱਕ ਨੇ ਪਾਪ ਕਰ ਲਿਆ ਤੇ ਉਹਦਾ ਜਿਹੜਾ ਫਲ ਸਾਰੇ ਦੇਸ਼ ਨੂੰ ਭੋਗਣਾ ਪੈਂਦਾ ਸੀ। ਤ੍ਰੇਤਾ ਨਗਰੀ ਪੀੜੀ ਹੈ, ਦੁਆਪਰ ਬੰਸ ਕੁਹੰਸ ਕੁਹਾਵੈ। ਅੱਗੇ ਫਿਰ ਦੁਆਪਰ ਯੁੱਗ ਦੇ ਵਿੱਚ ਇੱਕ ਨੇ ਕੋਈ ਐਸਾ ਦੋਸ਼ ਅਪਰਾਧ ਕਮਾ ਲਿਆ, ਉਹ ਫਿਰ ਸਾਰੀ ਬੰਸ ਨੂੰ ਹੀ ਭੁਗਤਣਾ ਪੈਂਦਾ ਸੀ। ਤ੍ਰੇਤੇ ਨਗਰੀ ਪੀੜੀਏ। ਤ੍ਰੇਤਾ ਨਗਰੀ ਪੀੜੀ ਹੈ। ਤ੍ਰੇਤੇ ਯੁੱਗ ਦੇ ਵਿੱਚ ਇੱਕ ਨੇ ਕੋਈ ਐਸਾ ਗੁਨਾਹ ਪਾਪ ਕਰ ਲਿਆ, ਉਹਦਾ ਫਲ ਫਿਰ ਸਾਰੇ ਨਗਰ ਨੂੰ ਹੀ ਭੁਗਤਣਾ ਪੈਂਦਾ ਸੀ। ਦੁਆਪਰ ਕੁਲ ਅਗ ਹੋਈ। ਇਹ ਤ੍ਰੇਤੇ ਯੁੱਗ ਦੇ ਵਿੱਚ ਰਾਵਣ ਨੇ ਇੱਕ ਐਸਾ ਸੀਤਾ ਨੂੰ ਚੁਰਾਉਣ ਦਾ ਗੁਨਾਹ ਕੀਤਾ, ਉਹਦਾ ਫਲ ਕੀ ਹੋਇਆ? ਸਾਰੀ ਲੰਕਾ ਸੜ ਕੇ ਸੁਆਹ ਹੋ ਗਈ। ਫਿਰ ਅੱਗੇ ਆ ਗਿਆ ਦੁਆਪਰ ਯੁੱਗ ਦੇ ਵਿੱਚ। ਉਸ ਸਮੇਂ ਇੱਕ ਨੇ ਪਾਪ ਕੀਤਾ, ਜਿਹੜੇ ਸੀ ਕਹਿੰਦੇ 56 ਕਰੋੜ ਜਾਦੂ, ਸਾਰੇ ਦੇ ਸਾਰੇ ਨਾਸ ਹੋ ਗਏ ਸਨ। ਚੌਪਈ ਕਲਯੁਗ ਪਾਪ ਕਰੈ ਸੋ ਪਾਵਤ। ਕਲਯੁਗ ਜੋ ਫੇੜੇ ਸੋ ਪਾਵੈ, ਐ ਕਰ ਕਰੇ ਸੋ ਐ ਕਰ ਪਾਏ। ਕੋਈ ਨਾ ਪਕੜੀਐ ਕਿਸੇ ਥਾਏ। ਵੀ ਕਲਯੁਗ ਦਾ ਤਾਂ ਸੱਚਾ ਨਿਆਂ, ਜਿਹੜੇ ਹੱਥ ਨਾਲ ਕਰੂ ਉਹਦੇ ਨਾਲ ਹੀ ਫਿਰ ਉਹਨਾਂ ਨੂੰ ਫਲ ਭੁਗਤਣਾ ਪੈਣਾ। ਪੁੰਨ ਸਤਿਗੁਰ ਜਿਹ ਕੋ ਬਖਸ਼ਾਵਤ। ਫਿਰ ਜਿਨ੍ਹਾਂ ਜਗਿਆਸੂਆਂ ਨੂੰ ਸਤਿਗੁਰਾਂ ਨੇ ਆਪ ਹੀ ਬਖਸ਼ ਦਿੱਤਾ, ਨਾਮ ਦਾਨ ਦੀ ਕਰੇ ਉਦਾਰਾ। ਉਹਨਾਂ ਨੂੰ ਫਿਰ ਪਾਓ ਭਗਤ ਗੁਰਪੁਰਬ ਕਰ, ਨਾਮ ਦਾਨ ਇਸ਼ਨਾਨ ਦੜਾਇਆ। ਇਹਨਾਂ ਤਿੰਨ ਸ਼ੁਭ ਕਰਮਾਂ ਦੇ ਵਿੱਚ ਜੋੜ ਕਰਕੇ ਸਤਿਗੁਰੂ ਜੀ ਉਹਨਾਂ ਦੀ ਆਪਣੇ ਆਪ ਹੀ ਕਲਿਆਣ ਕਰ ਦਿੰਦੇ ਨੇ। ਜਿਨ੍ਹਾਂ ਨੇ ਤਿੰਨ ਬਚਨ ਗੁਰੂ ਬਾਬਾ ਜੀ ਦੇ ਕਿਤੇ ਧਾਰਨ ਕਰ ਲਏ ਆਪਣੇ ਜੀਵਨ ਦੇ ਅੰਦਰ, ਉਹਨਾਂ ਨੇ ਤਾਂ ਆਪਣਾ ਲੋਕ ਤੇ ਪ੍ਰਲੋਕ ਦੋਵੇਂ ਹੀ ਬੜੇ ਸਹੇਲੇ ਬਣਾ ਲੈਣੇ ਹਨ। ਇਸ ਬਿਨ ਅਪਰਨਾ ਕੋ ਉਪਚਾਰਾ। ਸਤਿਗੁਰੂ ਜੀ ਕਹਿਣ ਲੱਗੇ ਵੀ ਦੇਖੋ, ਇਸ ਤੋਂ ਕੋਈ ਵੀ ਵੱਡਾ ਉਪਾਅ ਯਤਨ ਕਲਯੁਗ ਦੇ ਸਮੇਂ ਦੇ ਵਿੱਚ ਨਹੀਂ ਹੋ ਸਕਦਾ। ਤ੍ਰੇਤਾ ਨਗਰੀ ਪੀੜੀ ਹੈ। ਤ੍ਰੇਤੇ ਯੁੱਗ ਦੇ ਵਿੱਚ ਇੱਕ ਨੇ ਕੀਤਾ, ਉਹਦਾ ਫਲ ਨਗਰੀ ਨੂੰ ਭੁਗਤਣਾ ਪੈ ਗਿਆ। ਦੁਆਪਰ ਬੰਸ ਕੁਵੰਸ ਕਹਾਵੈ। ਦੁਆਪਰ ਯੁੱਗ ਦੇ ਵਿੱਚ
ਜਾਦਵਾਂ ਨੇ ਸ਼ਰਾਬ ਪੀਤੀ, ਸਾਰੇ ਦੇ ਸਾਰੇ ਉਹ ਨਾਸ ਹੋ ਗਏ। ਪਰ ਕਲਯੁਗ ਦੇ ਵਿੱਚ ਜਿਹੜੇ ਹੱਥ ਨਾਲ ਕਰੇਗਾ ਉਸੇ ਹੱਥ ਦੇ ਨਾਲ ਉਹਨੂੰ ਫਲ ਭੁਗਤਣਾ ਪੈਣਾ ਹੈ। ਵੇਦ ਅਥਰਵਨ ਮਥ ਕਰ ਸਭ ਹੀ, ਜੋ ਵੈਦ ਅਥਰਵ ਨੂੰ ਚੰਗੀ ਤਰ੍ਹਾਂ ਮੱਥ ਭਾਵ ਉਹਦੀ ਖੋਜ ਕਰਦਿਆਂ ਹੋਇਆਂ, ਹਰ ਕੀਰਤ ਗਤ ਦੇਵਤ ਅਬ ਹੀ। ਬ੍ਰਹਮਾ ਵੈਦ ਅਥਰਵਣ ਜੋ ਉਸ ਸਮੇਂ ਜਿਹੜਾ ਅਥਰਵਣ ਵੈਦ ਉਹਦੇ ਵਿੱਚ ਵੀ ਪਰਮਾਤਮਾ ਦੀ ਕੀਰਤੀ ਗਾਇਨ ਕਰਨੀ, ਇਹ ਸਾਰਿਆਂ ਨਾਲੋਂ ਉੱਤਮ ਕਰਮ ਲਿਖਿਆ ਹੋਇਆ। ਨਾਵਨ ਧੋਬਨ ਬਿਰਥਾ ਸਾਰੀ, ਅਗਰ ਮਨ ਮੈਲਾ ਹੈ, ਪਾਪਾਂ ਦੇ ਨਾਲ ਭਰਿਆ ਹੋਇਆ, ਉਹਦੇ ਫਿਰ ਇਹੋ ਜਿਹੇ ਸ਼ੁਭ ਕਰਮ ਕੀਤੇ ਹੋਏ ਕਿਸੇ ਵੀ ਲੇਖੇ ਦੇ ਵਿੱਚ ਨਹੀਂ ਪੈਣੇ ਹਨ। ਰਾਗ ਦਵੈਖ ਮਲ ਨਹੀਂ ਉਤਾਰੀ, ਅਗਰ ਹਿਰਦੇ ਦੇ ਵਿੱਚੋਂ ਰਾਗ ਦਵੈਸ਼ ਈਰਖਾ ਵਕੀਲੀ ਰੂਪੀ ਮੈਲ ਤਾਂ ਬਾਹਰ ਨਹੀਂ ਕੱਢੀ, ਨਾਵੈ ਧੋਵੈ ਪੂਜੈ ਸੈਲਾ, ਫਿਰ ਵੱਡੇ ਵੱਡੇ ਤੀਰਥਾਂ 'ਤੇ ਇਸ਼ਨਾਨ ਕਰਨ ਦਾ ਫਾਇਦਾ ਉਹਨਾਂ ਨੂੰ ਕੀ ਹੋਣਾ? ਸੱਚ ਨਾ ਕਮਾਵੋ ਹੋਏ ਨਾ ਸੋਚੂ। ਸਤਿਗੁਰੂ ਜੀ ਕਹਿਣ ਲੱਗੇ ਵੀ ਜਿਤਨਾ ਚਿਰ ਸੱਚ ਦੀ ਕਮਾਈ ਨਹੀਂ ਕੀਤੀ, ਫਿਰ ਤੁਹਾਡੇ ਆ ਜਿਹੜੇ ਅੰਦਰਲੇ ਮਨ ਕਿਵੇਂ ਪਵਿੱਤਰ ਹੋ ਸਕਦੇ ਹਨ? ਸੱਚ ਨਾਮ ਕਰ ਬੰਧਨ ਮੋਚੂ, ਜਿਨ੍ਹਾਂ ਨੇ ਪਰਮਾਤਮਾ ਦਾ ਸੱਚਾ ਨਾਮ ਜਪ ਲਿਆ, ਉਹਨਾਂ ਨੇ ਤਾਂ ਫਿਰ ਦੀਨ ਔਰ ਦੁਨੀਆ ਦੇ ਸਾਰੇ ਆਪਣੇ ਬੰਧਨ ਹੀ ਜਿਉਂਦੇ ਜੀ ਕੱਟ ਲਏ ਸਨ। ਮਨ ਮਲੀਨ ਤਨ ਕਰਹਿ ਪਖੰਡਾ, ਜਿਹੜੇ ਮਨ ਦੇ ਵਿੱਚ ਬੜੀ ਪਾਪਾ ਰੂਪੀ ਮੈਲ ਧਾਰਨ ਕਰਦੇ ਆ, ਬੜੇ ਪਾਖੰਡ ਦੰਭ ਤੀਰਥਾਂ ਦੇ ਉੱਪਰ ਜਾ ਕਰਕੇ ਕਰਦਿਆਂ ਵਿਚਾਰਿਆ ਭੋਲੇ ਭਾਲੇ ਲੋਕਾਂ ਦੀ ਐਵੇਂ ਜੇਬਾਂ ਕੱਟੀ ਜਾ ਰਹੇ ਹਨ। ਸੀ ਨਰ ਸਹਿ ਅਦਕ ਜਮ ਡੰਡਾ, ਉਹਨਾਂ ਪ੍ਰਾਣੀਆਂ ਨੂੰ ਕੋਈ ਵੀ ਹੋਵੇ, ਯਾਤਰੂਆਂ ਨੂੰ ਮਰਨ ਤੋਂ ਬਾਅਦ ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਇੱਕ ਜੋ ਸਾਧੂ ਮੋਏ ਮਿਲੇ ਉਹ ਤੈਨ ਲਿਆ ਆਂਚਲ ਲਾਏ, ਉਹਨੂੰ ਫਿਰ ਧਰਮ ਰਾਜੇ ਦੇ ਦੂਤਾਂ ਦੀ ਜਿਹੜੀ ਸਜ਼ਾ ਵੀ ਚੱਲਣੀ ਪੈਣੀ ਹੈ। ਰੋਚਰ ਰੰਗ ਜੋ ਹੋਏ ਮਯੂਰਾ, ਜਿਵੇਂ ਕਹਿੰਦੇ ਮੋਰ ਦਾ ਦੇਖੋ ਕਿਤਨਾ ਸੋਹਣਾ ਰੰਗ ਹੁੰਦਾ ਹੈ, ਵੱਡੇ ਵੱਡੇ ਉਹਦੇ ਦੇਖੋ ਖੰਭ ਵੀ ਲੱਗੇ ਹੁੰਦੇ ਹਨ। ਮੋਰ ਬਬੀਏ ਬੋਲਦੇ, ਵੇਖ ਬੱਦਲ ਕਾਲੇ, ਜਦੋਂ ਸਾਉਣ ਭਾਦੋਂ ਦੇ ਮਹੀਨੇ ਦੇ ਵਿੱਚ ਕਿਤੇ ਕਾਲੀ ਘਟਾ ਆਕਾਸ਼ ਦੇ ਵਿੱਚ ਚੜ ਕੇ ਆ ਜੇ, ਉਸ ਸਮੇਂ ਮੋਰ ਵੀ ਖੁਸ਼ੀ ਦੇ ਵਿੱਚ ਆ ਕਰਕੇ ਪਹਿਲਾਂ ਪਾਉਣ ਲੱਗ ਜਾਂਦੇ ਹਨ। ਇਹਨੂੰ ਪੰਛੀਆਂ ਦਾ ਜਿਹੜਾ ਰਾਜਾ ਸਾਰਿਆਂ ਨਾਲੋਂ ਸ਼੍ਰੋਮਣੀ ਵੀ ਮੰਨਿਆ ਗਿਆ ਹੈ। ਕਿਤਨਾ ਸੋਹਣਾ ਲੱਗਦਾ ਹੈ ਮੋਰ ਦੇਖਣ ਨੂੰ, ਖੰਭੀ ਉਹਦੇ ਸਰੀਰ ਦੇ ਨਾਲ ਵੱਡੇ ਵੱਡੇ ਲੱਗੇ ਹੁੰਦੇ ਹਨ। ਬੋਲਤ ਬਾਨੀ ਅਤਿਸ਼ਾ ਰੂਰਾ, ਉਹਦੀ ਜਿਹੜੀ ਆਵਾਜ਼ ਉਹ ਵੀ ਬੜੀ ਮਿੱਠੀ ਔਰ ਕਿਤਨੀ ਹਰੇਕ ਦੇ ਮਨ ਨੂੰ ਚੰਗੀ ਲੱਗਦੀ ਹੈ। ਬੀਨ ਬੀਨ ਕਿਰਮਨ ਕੋ ਖਾਹੀ, ਪਰ ਉਹੀ ਜਿਹੜਾ ਮੋਰ ਮਿੱਠੀ ਆਵਾਜ਼ ਨੂੰ ਬੋਲਦਿਆਂ ਹੋਇਆਂ ਉਹਨੇ ਧਰਤੀ ਦੇ ਉੱਪਰੋਂ ਚੁਣ ਕਰਕੇ ਕੀੜੇ ਮਕੌੜੇ ਹੀ ਖਾਈ ਜਾਂਦਾ ਹੈ। ਤਿਉ ਦੰਬੀ ਭੇ ਅਬ ਜਗ ਮਾਹੀ, ਇਸੇ ਤਰ੍ਹਾਂ ਜਿਹੜੇ ਵੀ ਆਉਣਾ ਸੰਸਾਰ ਦੇ ਅੰਦਰ ਬੜੇ ਦੰਭੀ ਪਖੰਡੀ ਬਾਣਾ ਤਾਂ ਉਹਨਾਂ ਨੇ ਪਾਇਆ ਹੋਇਆ ਬੜਾ ਸੋਹਣਾ ਮੋਰਾਂ ਦੇ ਸਮਾਨ, ਪਰ ਖਾਂਦੇ ਕੀ ਨੇ? ਜੋ 420 ਠੱਗੀ ਠੋਰੀ ਭੋਲੇ ਭਾਲੇ ਲੋਕਾਂ ਨੂੰ ਲੁੱਟ ਕਰਕੇ ਖਾ ਜਾਣਾ, ਇਹ ਮਾਨੋ ਸਮਝ ਲਓ ਵੀ ਕੀੜੇ ਮਕੌੜੇ ਖਾ ਰਹੇ ਨੇ ਉਹ ਆਪਣੇ ਮੂੰਹ ਦੇ ਨਾਲ ਪੇਖ ਪਾਵੇਂ। ਮੋਰਾਂ ਦੇ ਸਮਾਨ ਬੜਾ ਸੋਹਣਾ ਜਿਸਮ ਦੇ ਉੱਪਰ ਧਾਰਨ ਕੀਤਾ ਹੋਇਆ ਹੈ। ਕਾਮ ਕ੍ਰੋਧ ਪੁਨ ਲੋਭ ਅਧੀਨਾ, ਉਹ ਤਾਂ ਹਰ ਵਕਤ
ਕਾਮ ਕ੍ਰੋਧ ਲੋਭ ਲਾਲਚ ਦੇ ਸਦਾ ਵਾਸਤੇ ਅਧੀਨ ਰਹਿੰਦੇ ਹਨ। ਮਨ ਦੇ ਵਿੱਚ ਬੜੀ ਉਹਨਾਂ ਦੇ ਮਾਇਆ ਦੀ ਪਦਾਰਥਾਂ ਦੀ ਤ੍ਰਿਸ਼ਨਾ ਭਰੀ ਰਹਿੰਦੀ ਹੈ। ਅਹੰਕਾਰ ਅਤਿਸ਼ੈ ਮਨ ਭੀਨਾ। ਔਰ ਜਿਨ੍ਹਾਂ ਦੇ ਚਿੱਤ ਦੇ ਵਿੱਚ ਹੈ ਬੜਾ ਮਾਇਆ ਦਾ ਕਹਿ ਲਓ, ਵਿਦਿਆ ਦਾ, ਰਾਜ ਭਾਗ ਦਾ, ਪੰਜ ਤਰ੍ਹਾਂ ਦਾ ਜਿਹੜਾ ਮਦ ਬਹੁਤ ਵੱਡਾ ਸ਼ਾਸਤਰਕਾਰਾਂ ਨੇ ਮੰਨਿਆ ਵੀ ਉਹਨਾਂ ਦੇ ਹਿਰਦੇ ਵਿੱਚ ਇਹੋ ਜਿਹਾ ਮਾਨ ਹੰਕਾਰ ਸਦਾ ਦੇ ਲਈ ਭਰਿਆ ਰਹਿੰਦਾ ਹੈ। ਪਾਏ ਨਰਕ ਮੈਂ ਕਸ਼ਟ ਵਿਸਾਲਾ। ਸਤਿਗੁਰੂ ਜੀ ਕਹਿਣ ਲੱਗੇ ਹੁਣ ਜਿਨ੍ਹਾਂ ਦੇ ਚਿੱਤ ਦੇ ਵਿੱਚ ਮਾਨ ਹੈ, ਹੰਕਾਰ ਹੈ, ਲੋਭ ਹੈ, ਮਾਇਆ ਦਾ ਭਰਿਆ ਹੋਇਆ, ਉਹਨਾਂ ਨੇ ਹੁਣ ਮਰਨ ਤੋਂ ਬਾਅਦ ਫਿਰ ਨਰਕਾਂ 'ਚ ਵੱਡੇ ਵੱਡੇ ਦੁਖੀ ਭੋਗਣੇ ਨੇ ਨਾ। ਸੁੱਖ ਕਿਵੇਂ ਉਹਨਾਂ ਨੂੰ ਪ੍ਰਾਪਤ ਹੋ ਜਾਏਗਾ? ਤਬ ਪਛਤਾਹੇ ਫਸੇ ਜਮ ਜਾਲਾ। ਜਦੋਂ ਪੰਜ ਭੌਤਿਕ ਸਰੀਰ ਦਾ ਕਰਕੇ ਤਿਆਗ ਉਹਨਾਂ ਨੇ ਧਰਮ ਰਾਜੇ ਦੇ ਦੂਤਾਂ ਦੇ ਵਾਦੇ ਵਿੱਚ ਬਹਿਣਾ, ਫਿਰ ਆਪਣੇ ਕੀਤੇ ਹੋਏ ਕਰਮਾਂ ਦਾ ਪਛਤਾਵਾ ਮਨ ਦੇ ਵਿੱਚ ਪੈਦਾ ਹੋਊਗਾ। ਦੋਹਰਾ ਮਿਲਹਿ ਵਡਾਈ ਨਾਮ ਤੀ ਇਸ ਉਪਰ ਨਹਿ ਔਰ। ਉਸ ਸਮੇਂ ਨਾਨਕ ਨਾਮ ਮਿਲਾ ਵਡਿਆਈ, ਇਹਦੂ ਉੱਪਰ ਕਰਮ ਨਹੀਂ। ਅਖੀਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕੀਤੀ, ਇਹ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨਾਨਕ ਨਾਮ ਮਿਲਾ ਵਡਿਆਈ, ਵੀ ਮੈਂ ਤਾਂ ਹਮੇਸ਼ਾ ਆਪਦੇ ਨਾਮ ਦੀ ਵਡਿਆਈ ਕਰਨੀ, ਮਨ ਦੇ ਵਿੱਚ ਸਦਾ ਦੇ ਲਈ ਮੰਗਦਾ, ਇਹਦੂ ਉੱਪਰ ਕਰਮ ਨਹੀਂ। ਇਹ ਤੋਂ ਵੱਡਾ ਸ਼ੁਭ ਕਰਮ ਕਲਯੁਗ ਦੇ ਵਿੱਚ ਕੋਈ ਵੀ ਮੰਨਿਆ ਨਹੀਂ ਗਿਆ। ਕੱਲ ਮੈਂ ਇਹ ਪੁੰਨ ਗੁਣ ਗੋਬਿੰਦ ਗਾਏ, ਉਸ ਸਮੇਂ ਗੁਰੂ ਬਾਬਾ ਜੀ ਨੇ ਜਿਹੜੇ ਬਚਨ ਅਖੀਰ ਤੇ ਆਪਣੀ ਰਸਨਾ ਤੋਂ ਉਚਾਰਨ ਕੀਤੇ, ਜਰ ਜੇਕਰ ਹੁੰਦਾ ਹੈ ਮੰਗਣ ਜਾਈਐ ਫਿਰ ਉਲਾਮਾ ਮਿਲੈ ਤਈ। ਘਰ ਦੇ ਵਿੱਚ ਤਾਂ ਬੜੇ ਪਦਾਰਥ ਅੰਨ ਪਾਣੀ ਮਾਇਆ ਜਮਾ ਪਈ ਹੋਵੇ, ਕੋਈ ਐਸਾ ਪ੍ਰਾਣੀ ਮੰਗਦਾ ਫਿਰ ਦੂਜਿਆਂ ਦੇ ਦਰਵਾਜ਼ਿਆਂ 'ਤੇ ਕਿ ਵੀ ਮੈਨੂੰ 2 ਰੋਟੀਆਂ ਦੇ ਦਿਓ, ਬਰਤਨ ਦੇ ਵਿੱਚ ਪਾ ਦਿਓ ਥੋੜ੍ਹੀ ਜਿਹੀ ਦਿਆਲ, ਮੈਂ ਆਪਣੀ ਭੁੱਖ ਦੂਰ ਕਰ ਲੂੰ। ਉਹਨਾਂ ਨੇ ਕਹਿਣਾ ਹੈ ਵੀ ਤੈਨੂੰ ਸ਼ਰਮ ਨਹੀਂ ਆਉਂਦੀ? ਘਰ ਦੇ ਵਿੱਚ ਅੰਨ ਦੀਆਂ ਬੋਰੀਆਂ, ਦੇਸੀ ਘਿਓ ਦੇ ਬਰਤਨ ਭਰੇ ਹੋਏ ਮੰਗਦਾ ਫਿਰਦਾ ਤੂੰ ਦੂਜਿਆਂ ਦੇ ਘਰਾਂ 'ਚ। ਮਾੜੀ ਮੋਟੀ ਤਾਂ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਨਾ। ਜੇਕਰ ਹੁੰਦਾ ਮੰਗਣ ਜਾਈਏ ਫਿਰ ਉਲਾਮਾ ਮਿਲੈ ਤਹੀ, ਵੀ ਜਿਨ੍ਹਾਂ ਨੂੰ ਇਹੋ ਜਿਹਾ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਗਿਆ, ਉਹ ਫਿਰ ਮੰਗਦੇ ਫਿਰਨ ਦੇਵੀ ਦੇਵਤਿਆਂ ਤੋਂ। ਇਹ ਵੀ ਜਗਿਆਸੂ ਦੇ ਲਈ ਬਹੁਤ ਵੱਡੀ ਇੱਕ ਸ਼ਰਮਨਾਕ ਵਾਰਤਾ ਹੈ। ਮਿਲਹਿ ਉਲਾਮੇ ਤਾਹੇ ਕੋ ਗੁਰ ਤਜ ਜਚ ਹੈ ਹੋਰ। ਉਹਨਾਂ ਪ੍ਰਾਣੀਆਂ ਨੂੰ, ਉਹਨਾਂ ਮਨੁੱਖਾਂ ਨੂੰ ਉਲਾਮੇ ਮਿਲਣੇ ਨੇ ਸੰਸਾਰ 'ਚ, ਵੀ ਜਿਹੜੇ ਆਪਣੇ ਗੁਰੂ ਤੇ ਪਰਮੇਸ਼ਰ ਦਾ ਕਰਕੇ ਤਿਆਗ ਹੋਰਾਂ ਦੇਵੀ ਦੇਵਤਿਆਂ ਜਾਂ ਫਿਰ ਮਾੜੀਆਂ ਮਸਾਣੀਆਂ ਦੇ ਕੋਲੋਂ ਜਾ ਕਰਕੇ ਮੰਗਦਿਆਂ ਨੇ ਵੀ ਪਤਾ ਨਹੀਂ ਸਾਡੀਆਂ ਇੱਥੋਂ ਝੋਲੀਆਂ ਪਰ ਜਾਣੀਆਂ ਹਨ। ਚੌਪਈ ਜਬ ਸਤਿਗੁਰ ਅਸ ਬਚਨ ਉਚਾਰੀ। ਜਦੋਂ ਗੁਰੂ ਬਾਬਾ ਜੀ ਨੇ ਐਸੇ ਸੱਚੇ ਤੇ ਖਰੇ ਬਚਨ ਉਚਾਰਨ ਕੀਤੇ ਉਹਨਾਂ ਦੇ ਸਾਹਮਣੇ ਹੀ, ਦੰਭੀ ਲੱਜਤ ਸਭਾ ਮਝਾਰੀ। ਜਿਹੜੇ ਦੰਭੀ ਪਾਖੰਡੀ ਇਸ ਮਥੁਰਾ ਪੁਰੀ ਦੇ ਵਿੱਚ ਬਸਣ ਵਾਲੇ ਲੋਕ, ਉਹਨਾਂ ਦੀ ਤਾਂ ਨੀਵੀਆਂ ਪੈ ਗਈਆਂ। ਨਾਲ ਦੀ ਨਾਲ ਭਗਵਾਨ ਕ੍ਰਿਸ਼ਨ ਜੀ ਨੇ ਕਈ ਨਗਰਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਆਪਣੇ ਜਿੱਥੇ ਜਿੱਥੇ ਵੀ ਮੁਬਾਰਕ ਚਰਨ ਪਾਏ, ਬਿੰਦਰਾਵਨ ਹੈ, ਇਸੇ ਤਰ੍ਹਾਂ ਗੋਕਲ ਹੈ, ਜਿੱਥੇ ਜਿੱਥੇ ਵੀ ਭਗਵਾਨ ਕ੍ਰਿਸ਼ਨ ਜੀ ਨੇ ਆਪਣਾ ਰਹਿ ਕੇ ਕੁਝ ਕੁ ਸਮਾਂ ਬਤੀਤ ਕੀਤਾ। ਔਰ ਬਿੰਦਰਾਵਨ ਦੇ ਵਿੱਚ ਤਾਂ
ਹੁਣ ਤੱਕ ਵੀ ਬਹੁਤ ਵੱਡੇ ਵੱਡੇ ਜਿਹੜੇ ਮੰਦਰ ਭਗਵਾਨ ਕ੍ਰਿਸ਼ਨ ਜੀ ਦੀ ਯਾਦ ਦੇ ਵਿੱਚ ਬਣੇ ਹੋਏ ਹਨ, ਜਿਨ੍ਹਾਂ ਦੇ ਮਨ ਦੇ ਵਿੱਚ ਚਲੋ ਆਪੋ ਆਪਣੀ ਸ਼ਰਧਾ ਹੈ, ਭਾਵਨਾ ਹੈ, ਯਕੀਨ ਹੈ, ਵਿਸ਼ਵਾਸ ਹੈ ਨਾ, ਉੱਥੇ ਕਈ ਲੋਕ ਰਾਧਾ ਰਾਧਾ ਕ੍ਰਿਸ਼ਨ ਕ੍ਰਿਸ਼ਨ ਇਹੀ ਆਵਾਜ਼ ਕੰਨਾਂ ਦੇ ਵਿੱਚ ਪੈਂਦੀ ਹੈ। ਜਦੋਂ ਵੀ ਉੱਥੇ ਕੋਈ ਜਾਵੇ ਰਾਧਾ ਰਾਧਾ ਕਰਦੇ ਹੀ ਸੁਣਨਗੇ ਚਾਰੇ ਪਾਸੇ ਲੋਕ, ਦੂਰੋਂ ਦੂਰੋਂ ਬੜੀ ਦੁਨੀਆ। ਹੁਣ ਵੀ ਜਦੋਂ ਆਉਂਦਾ ਭਗਵਾਨ ਕ੍ਰਿਸ਼ਨ ਜੀ ਦਾ ਜਨਮ ਦਿਨ ਅਸ਼ਟਮੀ ਨੂੰ ਬੜਾ ਭਾਰੀ ਇਕੱਠ ਬਿੰਦਰਾਵਨ ਦੀ ਧਰਤੀ 'ਤੇ ਹੁਣ ਵੀ ਹਿੰਦੁਸਤਾਨ ਦੇ ਕੋਨੇ-ਕੋਨੇ 'ਚੋਂ ਉਸ ਥਾਂ 'ਤੇ ਜਿਹੜੇ ਯਾਤਰੂ ਹਾਜ਼ਰ ਹੋ ਕੇ ਕਈ ਦਿਨ ਉੱਥੇ ਹੀ ਫਿਰ ਬੈਠ ਕਰਕੇ ਭਗਵਾਨ ਕ੍ਰਿਸ਼ਨ ਜੀ ਦਾ ਜਿਹੜਾ ਭਜਨ ਹੈ ਨਾ, ਉਹਦਾ ਹੀ ਗਾਇਨ ਕਰਦੇ ਰਹਿੰਦੇ ਹਨ। ਮਥੁਰਾਪੁਰੀ, ਇਸੇ ਤਰ੍ਹਾਂ ਦੁਆਰਕਾ, ਬਿੰਦਰਾਵਨ, ਕਿਤਨੇ ਨਗਰ ਭਗਵਾਨ ਕ੍ਰਿਸ਼ਨ ਜੀ ਦੇ ਵਸਾਏ ਹੋਏ ਹਨ। ਪੰਡਤ ਪ੍ਰਸ਼ਨ ਕਰੈ ਕਹਿ ਬਾਨੀ। ਉਸ ਸਮੇਂ ਜਿਹੜੇ ਸੀ ਵਿਦਵਾਨ ਪੰਡਤ, ਸੰਸਕ੍ਰਿਤ ਵਿਦਿਆ ਪੜ੍ਹੇ ਹੋਏ, ਉਹਨਾਂ ਨੇ ਵੀ ਗੁਰੂ ਬਾਬਾ ਜੀ ਦੇ ਅੱਗੇ ਇੱਕ ਸਵਾਲ ਪਾਇਆ ਕਿਹ ਉਪਾਸਨਾ ਤੁਮ ਮਨ ਠਾਨੀ। ਕਹਿਣ ਲੱਗੇ ਵੀ ਤੁਸੀਂ ਆਪਣੇ ਹਿਰਦੇ ਵਿੱਚ ਕਿਸ ਦੀ ਜਿਹੜੀ ਉਪਾਸਨਾ ਧਾਰਨ ਕੀਤੀ ਹੋਇਆ, ਕਿਹਦੀ ਪੂਜਾ ਪ੍ਰਤਿਸ਼ਠਾ ਕਰਨ ਦੇ ਵਿੱਚ ਜੁੜੇ ਹੋਏ ਹੋ। ਨਿਰਗੁਣ ਕੈ ਸਰਗੁਣ ਕੀ ਸੇਵਾ। ਸਤਿਗੁਰੂ ਜੀ ਤੋਂ ਪੁੱਛਿਆ ਵੀ ਨਿਰਗੁਣ ਦੀ ਸੇਵਾ ਕਰਦੇ ਹੋ ਜਾਂ ਫਿਰ ਕਰਦੇ ਹੋ ਸਰਗੁਣ ਦੀ। ਸਦਾ ਵਾਸਤੇ ਆਪਣੇ ਵੱਲੋਂ ਪੂਜਾ ਕਹਿ ਲਓ, ਸੇਵਾ, ਵੀ ਕਿਹਦੇ ਉੱਪਰ ਤੁਸੀਂ ਮਨ ਦੇ ਵਿੱਚ ਸ਼ਰਧਾ ਭਾਵਨਾ ਧਾਰਨ ਕੀਤੀ ਹੋਈ ਹੈ। ਹੁਣ ਸਾਰੇ ਸਰਗੁਣ ਦੇ ਉਪਾਸਕ ਬਣੇ ਹੋਏ ਸਨ। ਕਿਹ ਕੀ ਕਰੋ ਕਹੋ ਨਿਜ ਪੀਵਾ। ਕਹਿਣ ਲੱਗੇ ਜੀ ਆਪਣੇ ਅੰਦਰ ਦਾ ਜਿਹੜਾ ਭੇਤ ਸਾਨੂੰ ਖੋਲ ਕੇ ਦੱਸੋ, ਤੁਸੀਂ ਨਿਰਗੁਣ ਦੇ ਜਾਂ ਫਿਰ ਸਰਗੁਣ ਦੇ ਉਪਾਸਕ ਬਣੇ ਹੋਏ ਹੋ ਸਦਾ ਵਾਸਤੇ। ਸੁਣ ਸ਼੍ਰੀ ਨਾਨਕ ਬੈਨ ਉਚਾਰੀ। ਸੁਣ ਕਰਕੇ ਗੁਰੂ ਬਾਬਾ ਜੀ ਨੇ ਬਚਨ ਉਚਾਰਨ ਕੀਤੇ ਇਹਨਾਂ ਦੇ ਸਾਹਮਣੇ। ਪ੍ਰੇਤਕ ਪ੍ਰੇਤਕ ਦਵੈ ਨਹੀਂ ਵਿਚਾਰੀ। ਸਤਿਗੁਰੂ ਜੀ ਕਹਿਣ ਲੱਗੇ ਪੰਡਿਤੋ ਬ੍ਰਾਹਮਣੋ, ਅਸੀਂ ਤਾਂ ਨਿਰਗੁਣ ਤੇ ਸਰਗੁਣ ਦੇ ਵਿੱਚ ਕੋਈ ਮਨ ਦੇ ਵਿੱਚ ਫਰਕ ਸਮਝਿਆ ਹੀ ਨਹੀਂ। ਨਿਰਗੁਣ ਆਪ, ਸਰਗੁਣ ਵੀ ਉਹੀ ਕਲਾਤਾਰ ਜਿਨ ਸਗਲੀ ਮੋਹੀ। ਜਿਹੜਾ ਹੈ ਨਿਰਗੁਣ ਪਰਮਾਤਮਾ ਨਿਰਾਕਾਰ, ਵੀ ਜਿਹਦਾ ਕੋਈ ਕਾਰ ਹੈ ਹੀ ਨਹੀਂ, ਨਾ ਉਸਦੀ ਕੋਈ ਰੂਪ ਹੈ ਨਾ ਕੋਈ ਰੇਖਾ ਹੈ। ਸਤਿਗੁਰੂ ਜੀ ਕਹਿਣ ਲੱਗੇ ਵੀ ਜਿਹੜਾ ਨਿਰਗੁਣ ਵਾਹਿਗੁਰੂ ਪਰਮਾਤਮਾ ਨਿਰਾਕਾਰ ਆਕਾਰ ਤੋਂ ਵੀ ਰਹਿਤ ਹੈ, ਅਸੀਂ ਦੋਵਾਂ ਦੇ ਵਿੱਚ ਕੋਈ ਵੀ ਰਤੀ ਪਰ ਮਨ ਦੇ ਵਿੱਚ ਫਰਕ ਨਹੀਂ ਮੰਨਿਆ ਹੋਇਆ। ਭੇਦ ਹੋਏ ਤੋ ਪ੍ਰੇਤਕ ਸੇਵਾ। ਜੇ ਤਾਂ ਸਰਗੁਣ ਤੇ ਨਿਰਗੁਣ ਹੋਣ ਲਹਿਦਾ ਫਿਰ ਸੇਵਾ ਵੀ ਹੋਣ, ਦੋਵਾਂ ਦੀ ਲਹਿਦਾ ਹੋਏਗੀ ਨਾ। ਅਸੀਂ ਤਾਂ ਨਿਰਗੁਣ ਤੇ ਸਰਗੁਣ ਨੂੰ ਇੱਕੋ ਹੀ ਰੂਪ ਮਨ ਦੇ ਵਿੱਚ ਧਾਰਨ ਕੀਤਾ ਹੋਇਆ ਹੈ। ਸਤਿਗੁਰੂ ਜੀ ਕਹਿਣ ਲੱਗੇ ਦਰਅਸਲ ਤੁਹਾਨੂੰ ਇਸ ਸੱਚਾਈ ਦੇ ਬਾਰੇ ਅਜੇ ਤੱਕ ਕੋਈ ਗਿਆਨ ਪ੍ਰਾਪਤ ਹੋਇਆ ਹੀ ਨਹੀਂ। ਵਿਦਿਆ ਬਥੇਰੀ ਪੜ੍ਹ ਲਈ ਆ ਤੁਸੀਂ ਆਪਣੇ ਜੀਵਨ ਦੇ ਵਿੱਚ, ਵੀ ਜਿਹੜਾ ਨਿਰਗੁਣ ਪਰਮਾਤਮਾ ਉਹੀ ਜੀਵਾਂ ਦੇ ਭਲੇ ਵਾਸਤੇ ਆਪਣਾ ਸਰਗੁਣ ਰੂਪ ਧਾਰਨ ਕਰਿਆ ਕਰਦਾ ਹੈ। ਮਾਤ ਲੋਕ ਦੀ ਧਰਤੀ ਦੇ ਉੱਪਰ ਭਗਵਾਨ ਕ੍ਰਿਸ਼ਨ ਜੀ ਦੁਆਪਰ ਯੁੱਗ ਦੇ ਅਵਤਾਰ, ਉਹ ਵੀ ਉਹਨਾਂ ਨੇ ਵੀ ਇੱਕ ਨਿਰਗੁਣ ਤੋਂ ਸਰਗੁਣ ਰੂਪ ਧਾਰਨ ਕੀਤਾ ਜੀਵਾਂ ਦੀ ਕਲਿਆਣ ਕਰਨ ਵਾਸਤੇ। ਨਿਰਗੁਣ ਸਰਗੁਣ ਲਖੋ ਭੇਵਾ। ਸਤਿਗੁਰੂ ਜੀ ਕਹਿਣ ਲੱਗੇ ਵੀ ਅਸੀਂ ਤਾਂ ਨਿਰਗੁਣ ਤੇ ਸਰਗੁਣ ਦੋਵਾਂ ਨੂੰ
ਇੱਕੋ ਹੀ ਰੂਪ ਸਦਾ ਵਾਸਤੇ ਮਨ ਦੇ ਵਿੱਚ ਸਮਝਿਆ ਹੋਇਆ ਜੋ ਦੋਨੋਂ ਮੈਂ ਭੇਦ ਵੀ ਪਛਾਨੀ। ਜਿਹੜੇ ਪ੍ਰਾਣੀ ਜਿਹੜੇ ਮਨੁੱਖ ਕਹਿੰਦੇ ਨੇ ਵੀ ਨਿਰਗੁਣ ਹੋਰ ਹੈ ਜੀ, ਸਰਗੁਣ ਕੋਈ ਹੋਰ, ਅਕਾਲ ਉਪਰ ਵਾਹਿਗੁਰੂ ਪਰਮਾਤਮਾ ਹੋਏਗਾ। ਸੋ ਮਾਨਵ ਜਾਨੋ ਅਨਜਾਨੀ। ਸਤਿਗੁਰੂ ਜੀ ਕਹਿ ਲੱਗੇ ਵੀ ਉਹ ਤਾਂ ਅਗਿਆਨੀ ਨੇ, ਅੰਧੇ ਨੇ, ਉਹਨਾਂ ਨੂੰ ਅਜੇ ਗਿਆਨ ਤੇ ਬੈਰਾਗ ਰੂਪੀ ਨੇਤਰਤਾ ਪ੍ਰਾਪਤ ਹੋਏ ਨਹੀਂ। ਉਹ ਫਿਰ ਸਰਗੁਣ ਤੇ ਨਿਰਗੁਣ ਨੂੰ ਕਿਵੇਂ ਸਮਝ ਸਕਦੇ ਹਨ? ਦੋਹਰਾ ਨਿਰਗੁਣ ਹਵੈ ਸਭ ਦੇਹ ਮੈਂ, ਦ੍ਰਿਸ਼ਟਾਵਤ ਹੈ ਸੋਈ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨਾਂ ਵਿਦਵਾਨਾਂ ਪਾਂਡਿਆਂ ਨੂੰ, ਪੰਡਤਾਂ ਨੂੰ, ਪਾਂਡੇ ਜਿਹੜੇ ਹੁੰਦੇ ਨੇ ਮੰਦਰਾਂ ਦੇ ਵਿੱਚ ਉਹਨਾਂ ਦੀ ਸੰਭਾਲ ਕਰਨ ਵਾਲੇ, ਆਰਤੀਆਂ ਕਰਦੇ ਨੇ ਸ਼ਾਮ ਦੇ ਟਾਈਮ 'ਤੇ, ਵੱਡੇ ਵੱਡੇ ਵੀ ਪਾਂਡੇ ਵਿਦਵਾਨ ਪੰਡਤ ਜੋ ਵੀ ਚੱਲ ਕੇ ਆਏ, ਉਹਨਾਂ ਨੂੰ ਉਸ ਸਮੇਂ ਗੁਰੂ ਬਾਬਾ ਜੀ ਕਹਿਣ ਲੱਗੇ ਵੀ ਦੇਖੋ ਜਿਹੜਾ ਨਿਰਗੁਣ ਪਰਮਾਤਮਾ ਉਹ ਤਾਂ ਸਾਰੇ ਸਰੀਰਾਂ ਦੇ ਵਿੱਚ ਕੋਈ ਵੀ ਹੈ, ਹਿੰਦੂ ਹੈ ਚਾਹੇ ਮੁਸਲਮਾਨ ਹੈ, ਜੈਨੀ ਹੈ, ਬੋਧੀ ਹੈ, ਯਹੂਦੀ ਹੈ, ਕੋਈ ਵੀ ਹੋਵੇ, ਤੁਰਕ ਹੈ, ਮੁਗਲ ਹੈ, ਪਠਾਨ ਹੈ, ਨਿਰਗੁਣ ਪਰਮਾਤਮਾ ਇਹ ਤਾਂ ਇੱਕ ਰਸ ਸਾਰਿਆਂ ਦੇ ਸਰੀਰਾਂ ਦੇ ਵਿੱਚ ਸਦਾ ਦੇ ਲਈ ਵਿਆਪਕ ਹੋ ਰਿਹਾ ਹੈ। ਬ੍ਰਿਜ ਮੈਂ ਕਰੈ ਕਲੋਲ ਪੁੰਨ, ਤਨ ਧਰ ਸਰਗੁਣ ਸੋਈ। ਸਰਗੁਣ ਕੌਣ ਹੈ? ਵੀ ਜਿਹੜੇ ਨਿਰਗੁਣ ਪਰਮਾਤਮਾ ਨੇ ਸਰਗੁਣ ਰੂਪ ਹੋ ਗਿਆ। ਮਥੁਰਾ ਦੇ ਵਿੱਚ ਅਨੇਕ ਪ੍ਰਕਾਰ ਦੇ ਕੌਤਕ, ਬੜੀ ਚਰਜ ਲੀਲਾ ਮਾਤ ਲੋਕ ਦੀ ਧਰਤੀ ਦੇ ਉੱਪਰ ਆ ਕੇ ਵਰਤਾਈ ਹੈ ਨਾ, ਉਹਨੂੰ ਫਿਰ ਸਰਗੁਣ ਰੂਪ ਕਹਿ ਦਿੰਦੇ ਹਨ। ਚੌਪਈ ਸ਼੍ਰੀ ਕ੍ਰਿਸ਼ਨ ਭੀ ਹਇਆ ਅਵਤਾਰ। ਉਸ ਸਮੇਂ ਗੁਰੂ ਬਾਬਾ ਜੀ ਕਹਿਣ ਲੱਗੇ ਤੁਹਾਨੂੰ ਪਤਾ ਹੈ ਵੀ ਆ ਮਥੁਰਾਪੁਰੀ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਨੇ ਦੁਆਪਰ ਯੁੱਗ ਦੇ ਵਿੱਚ ਅਵਤਾਰ ਧਾਰਨ ਕੀਤਾ। ਜਿਨ ਅਬਨੀ ਕੋ ਭਾਰ ਨਿਵਾਰਿਆ। ਉਹਨਾਂ ਨੇ ਵੀ ਆਪਣੇ ਪਵਿੱਤਰ ਚਰਨ ਪਾ ਕੇ ਇਸ ਧਰਤੀ 'ਤੇ ਜਿਹੜਾ ਪਾਪਾਂ ਦਾ ਭਾਰ ਵਧਿਆ ਹੋਇਆ ਸੀ ਉਹਨੂੰ ਹੌਲਾ ਕੀਤਾ ਸੀ। ਹੁਣ ਜਿਸ ਪ੍ਰਕਾਰ ਗੁਰੂ ਬਾਬਾ ਜੀ ਨੇ ਅੱਗੇ ਅਯੁੱਧਿਆਪੁਰੀ ਦੇ ਵਿੱਚ ਜਾਣਾ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜ ਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਤਿਹ ਕੇ ਚਰਿਤ ਹਿਰਦੈ ਤੁਮ ਧਾਰੋ, ਸੁਧ ਆਤਮੈ ਕਪਟ ਵਿਸਾਰੋ। ਤਿਹ ਕੇ ਚਰਿਤ ਹਿਰਦੈ ਤੁਮ ਧਾਰੋ, ਸੁਧ ਆਤਮੈ ਕਪਟ ਵਿਸਾਰੋ। हे चौथे पार ब्रह्मा अविनाशी अगनाश।